हरि ओम तत् सत। हरि ओम तत् सत। सत्यम ज्ञानम अनंतम ब्रह्म। ਬਾਬਾ ਜੀ ਹੰਕਾਰ ਬਾਰੇ ਲੋਕ ਬਹੁਤ ਇਹ ਕਰਦੇ ਆ, ਸ਼ੰਕਾ ਕਰਦੇ ਆ। ਹੰਕਾਰ ਦਾ ਸਰੂਪ ਕੀ ਹੈ? ਹੰਕਾਰ ਦਾ ਉਪਾਦਾਨ ਕੀ ਹੈ? ਹੰਕਾਰ ਦਾ ਕਾਰਜ ਕੀ ਹੈ? ਹੰਕਾਰ ਸਕੋਪਤੀ ਵਿੱਚ ਰਹਿੰਦਾ ਹੈ ਕਿ ਨਹੀਂ ਰਹਿੰਦਾ? ਹੰਕਾਰ ਦਾ ਨਿਵਾਰਨ ਹੁੰਦਾ ਹੈ ਕਿ ਨਹੀਂ? नहीं, प्रश्न करता ਇਹ ਬ੍ਰਹਮ ਸੂਤਰ ਦੇ ਵਿੱਚ ਵੀ 6 ਪ੍ਰਸ਼ਨ ਉਠਾਏ ਆ। ਇਹ ਦੁਨੀਆ ਦੇ ਵਿੱਚ ਵੀ ਸ਼ਬਦ ਪ੍ਰਚਲਿਤ ਹੈ। ਅਹੰਕਾਰ की काम क्रोध लोभ मोह अहंकार ਇਹ ਮਨੁੱਖ ਜਾਤੀ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੀ ਹੈ। ਇਹ ਜਿਹੜਾ ਪ੍ਰਸ਼ਨ ਕੀਤਾ ਗਿਆ, ਪ੍ਰਸ਼ਨ ਬਹੁਤ गूढ़ा और यथार्थ और बहुत बड़ा है। पहला तो लोक अहंकार है जिहड़ा, इसका थोड़ा जिहा सानू ज्ञात करनी चाहिए। तो नहीं तो लोकां वाला अहंकार है जिहड़ा वो ही भारी रहेगा। अहंकार पहला तो असी ये वेखना है कि अहम 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 ये संस्कृत भाषा है और दूजा लोक भाषा च मैं ये आदमी इस बारे बोल बाल के एक दूजे नाल कह लेंदे है, पर अहंकार है जिहड़ा मक्खी मच्छर तो लेके हाथी घोड़े दे अंदर ये सारियां दे विद्यमान है। ਜਿਹੜੇ ਹਾਥੀ ਘੋੜੇ ਮੱਖੀ ਮੱਛਰ ਤੋਂ ਲੈ ਕੇ ਮੱਧ ਭਾਗੀ ਇਹ ਸਾਰਿਆਂ ਦੇ ਅੰਦਰ ਅਹੰਕਾਰ ਹੈ। ਅਹੰਕਾਰ ਨਾ ਹੋਵੇ ਤਾਂ ਸਰੀਰ ਦੀ ਕੋਈ ਵੀ ਚੇਸ਼ਟਾ ਨਹੀਂ ਹੋ ਸਕਦੀ। ਪਰ ਅਸੀਂ ਇਸ ਚੀਜ਼ ਨੂੰ ਇਹ ਵੇਖਣਾ ਹੈ ਵੀ ਲੌਕਿਕ ਵਿਹਾਰ ਦੇ ਵਿੱਚ ਅਹੰਕਾਰ ਕਿਸ ਨੂੰ ਆਵੇ। ਵੀ ਇਹ ਤਾਂ ਜੀ ਬੜਾ ਅਹੰਕਾਰੀ ਹੈ, ਬਈ ਉਹਨੇ ਹੰਕਾਰ ਕਰ ਲਿਆ, ਫਿਰ ਡੰਡਿਆਂ ਨਾਲ ਆਉਂ ਕੇ ਆਦਮੀ ਨੂੰ ਬਹੁਤ ਪਿੱਟਿਆ ਮਾਰਿਆ। ਇਹ ਲੋਕ ਭਾਸ਼ਾ 'ਚ ਇਹੋ ਜਿਹੀਆਂ ਗੱਲਾਂ ਬਾਤਾਂ ਆਉਂਦੀਆਂ। ਜਿਹੜਾ ਲੋਕ ਭਾਸ਼ਾ ਦੇ ਵਿੱਚ ਅਹੰਕਾਰ ਪ੍ਰਗਟ ਹੈ, ਇਹ ਕ੍ਰੋਧ ਨੂੰ ਗੁੱਸੇ ਨੂੰ ਅਹੰਕਾਰ ਆਦੇ ਹੈ। ਜਿਹੜਾ ਸ਼ਾਸਤਰੀ ਭਾਸ਼ਾ ਦੇ ਵਿੱਚ ਅਹੰਕਾਰ ਹੈ ਕਿ ਅਹੰ ਅਹੰ ਅਹੰ, ਇਹ ਇੱਕ ਸਫੁਰਨਤਾ ਹੈ। ਜਿਵੇਂ ਘੜੀ ਦੀ ਕਿਟ 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 ਹੋਈ ਜਾਂਦੀ ਹੈ, ਉਹ ਘੜੀ ਦੀ ਇੱਕ ਸਫੁਰਨਤਾ ਹੈ।
ਅਸੀਂ ਇੰਨਾ ਹੀ ਉਸ ਤੋਂ ਅਨੁਮਾਨ ਲਾਉਨੇ ਆ ਕਿ ਘੜੀ ਚੱਲਦੀ ਹੈ। ਜਿਹੜੀ ਟਿਕ ਟਿਕ ਹੈ ਉਹ ਇਹ ਬਤਾਉਂਦੀ ਹੈ ਕਿ ਘੜੀ ਚੱਲਦੀ ਹੈ। ਜਿਹੜੀ ਚੱਲਦੀ ਘੜੀ ਹੈ ਉਹ ਵੀ ਆਪਣਾ ਰੂਪ ਨਹੀਂ ਬਤਾਉਂਦੀ, ਉਹ ਵੀ ਕਾਲ ਦਾ ਰੂਪ ਬਤਾਉਂਦੀ ਹੈ ਕਿ 10 ਵੱਜ ਗਏ, 5 ਵੱਜ ਗਏ, 12 ਵੱਜ ਗਏ, ਕੁਛ ਵੀ ਜਾਣਿਆ ਜਾਂਦਾ ਹੈ। ਜਿਹਦੇ ਬਾਰੇ ਘੜੀ ਬਤਾਉਂਦੀ ਹੈ ਉਹ ਕਾਲ ਹੋਰ ਹੈ। ਘੜੀ ਦੀਆਂ ਸੂਈਆਂ ਦੇ ਉੱਤੇ ਜਿਹੜਾ ਹੈ ਇਹ ਬੋਧਕ ਸ਼ਬਦ ਹੈ। ਜਿਹੜਾ ਟਿਚ ਟਕ ਟਕ ਹੁੰਦੀ ਹੈ ਇਹ ਘੜੀ ਦਾ ਸੰਚਾਲਕ ਦਾ ਸ਼ਬਦ ਹੈ ਕਿ ਘੜੀ ਚੱਲ ਰਹੀ ਹੈ। ਜਿਹੜੀ ਚੱਲ ਰਹੀ ਹੈ ਘੜੀ ਇਹ ਕਾਲ ਦੀ ਬੋਧਕ ਹੈ, ਨਾ ਟਿਕ ਟਿਕ ਆਪਣੇ ਬੋਧ ਲਈ ਹੈ, ਨਾ ਘੜੀ ਦੀਆਂ ਸੂਈਆਂ ਆਪਣੇ ਬੋਧ ਲਈ ਹੈ। ਇਹ ਕਿਸੇ ਔਰ ਵਸਤੂ ਦਾ ਬੋਧ ਕਰਾਉਣ ਵਾਸਤੇ ਹੈ। ਐਸੇ ਤਰ੍ਹਾਂ ਹੀ ਜਿਹੜਾ ਅਹਿਮ 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 ਇਹ ਇੱਕ ਸਫੁਰਨ ਵਿਗਿਆਨ ਦੀ ਹੋ ਰਹੀ ਹੈ। ਇਹ ਆਪਣਾ ਬੋਧ ਕਰਾਉਣ ਅਹਿਮ ਦਾ ਬੋਧ ਕਰਾਉਣ ਵਾਸਤੇ ਨਹੀਂਗਾ ਕਿ ਅਹਿਮ ਹੈ ਜਿਹੜਾ ਇਹ ਕੀ ਵਸਤੂ ਹੈ। ਇਹ ਉਸ ਵਸਤੂ ਦਾ ਬੋਧ ਕਰਾਉਣ ਵਾਸਤੇ ਹੈ। ਇਹ ਅਹਿਮ 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 ਜਿਹੜਾ ਘੜੀ ਦੀ ਟਿਕ ਟਿਕ ਨੂੰ ਅੰਦਰੋਂ ਵਿਗਿਆਨ ਫੁਰਨ ਹੋ ਰਿਹਾ ਹੈ। ਇਹ ਵਿਗਿਆਨ ਜੈਸੇ ਘੜੀ ਦੀ ਟਿਕ ਟਿਕ ਨਾ ਤਾਂ ਆਪ ਨੂੰ ਜਣਾਉਣ ਵਾਸਤੇ ਹੈ, ਨਾ ਘੜੀ ਦੀਆਂ ਸੂਈਆਂ ਨੂੰ ਜਣਾਉਣ ਵਾਸਤੇ ਹੈ ਵੀ 5 ਤੇ ਹੈ, ਵੱਡੀ 12 ਤੇ ਹੈ। ਨਹੀਂ, ਇਹ ਅੱਗੇ ਕਿਸੇ ਦਾ ਪ੍ਰਤੀਪਾਦਨ ਕਰਨ ਵਾਸਤੇ ਹਨ। ਅਹਿਮ 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 ਅਥਵਾ ਭਾਸ਼ਾ ਚ ਕਹਿ ਲੋ ਮੈਂ ਇਹ ਜਿਹੜਾ ਸਫੁਰਨ ਹੋ ਰਿਹਾ ਹੈ, ਇਹ ਸਫੁਰਨ ਹੈ ਜਿਹੜਾ ਇਹ ਕਿਸੇ ਅਸੰਗ ਵਸਤੂ ਦਾ ਬੋਧ ਕਰਾਉਣ ਵਾਸਤੇ ਹੈ। ਜਦੋਂ ਅਸੰਗ ਵਸਤੂ ਦਾ ਇਸ ਨੂੰ ਅਖੰਡ ਵਸਤੂ ਦਾ ਬੋਧ ਨਹੀਂ ਹੁੰਦਾ, ਇਹ ਕਿਸੇ ਹੋਰ ਚੀਜ਼ ਨੂੰ ਪਕੜ ਲੈਂਦਾ। ਜਿਹੜੀ ਹੋਰ ਚੀਜ਼ ਨੂੰ ਪਕੜਦਾ ਹੈ ਉਹ ਚੀਜ਼ ਹੈ ਜਿਹੜੀ ਉਹ ਇਦਮ ਰੂਪ ਦੇ ਵਿੱਚ ਆਉਂਦੀ ਆ। ਇਸ ਨੇ ਬੋਧ ਕਰਨਾ ਮੈਂ ਤਾਂ ਜਿਹੜਾ ਮੈਂ ਹੈ ਇਹ ਕਿਸ ਦਾ ਬੋਧ ਕਰ ਲੈਂਦਾ? ਇਹ ਬੋਧ ਕਰ ਲੈਂਦਾ ਹੈ ਇਹ ਮੈਂ ਹੋਰ ਚੀਜ਼ ਹੈ, ਸਰੀਰ ਹੋਰ ਚੀਜ਼ ਹੈ। ਕਿਉਂਕਿ ਮੈਂ ਦਾ ਬੋਧ ਮੈਂ ਭਾਨ ਹੁੰਦਾ, ਸਰੀਰ ਦਾ ਬੋਧ ਇਹ ਮੈਂ ਭਾਨ ਹੁੰਦਾ। ਤਾਂ ਇਥੋਂ ਇਹ ਲੱਗਦਾ ਹੈ ਕਿ ਨਾ ਤਾਂ ਮੈਂ ਸਰੀਰ ਹੂੰ, ਨਾ ਸਰੀਰ ਮੈਂ ਆ, ਨਾ ਮੈਂ ਸਰੀਰ ਹੈ। ਇਹਨਾਂ ਦੋਹਾਂ ਦਾ ਕੋਈ ਸੰਬੰਧ ਨਹੀਂ। ਅਗਰ ਜੇ ਸੰਬੰਧ ਹੈ ਤਾਂ ਇਹ ਕਲਪਤ ਸੰਬੰਧ ਹੈ, ਜੋੜਿਆ ਹੋਇਆ। ਪਹਿਲੀ ਬਾਤ ਇਹ ਸਥੂਲ ਦ੍ਰਿਸ਼ਟੀ ਸੇ ਲੈ ਲਓ ਕਿ ਜਿਹੜਾ ਸਰੀਰ ਨਾਲ ਸੰਬੰਧ ਜੋੜਿਆ ਹੋਇਆ ਕਿ ਮੈਂ ਹਾਂ, ਸਰੀਰ ਮੈਂ ਹਾਂ, ਕਿ ਕੀ ਮੈਂ ਚੱਕ ਦਿੰਨਾ ਹੁਣੇ, ਮੈਂ ਲੈ ਆਉਣਾ ਹੁਣੇ, ਮੈਂ ਐਸੇ ਕਰ ਦਿੰਨਾ। ਇਹਦਾ ਨਾਂ ਹੈਗਾ ਕਿ ਜਿਹੜਾ ਇਦਮ ਦੇ ਨਾਲ ਅਹਿਮ ਨੂੰ ਜੋੜ ਲੈਣਾ, ਇਹ ਅਹੰਕਾਰ ਹੈ। ਤਾਂ ਜਿਹੜਾ ਕਿਹਾ ਹੋਇਆ ਗ੍ਰੰਥਾਂ ਨੇ ਵੀ
ਸੰਤ ਲੋਕਾਂ ਦੀ ਜਿਹੜੀ ਉਹ ਭਾਸ਼ਾ ਬੋਲੀ ਹੈ, ਬਾਣੀ 'ਚ ਵੀ ਬੜੀ ਬੋਲੀ ਹੈ, ਅਸੀਂ ਸਾਰੇ ਲੋਕ ਉਹਨੂੰ ਸਮਝ ਨਹੀਂ ਪਾਉਂਦੇ। ਤਾਂ ਉਸ ਮੋٹے ਲਫ਼ਜ਼ਾਂ ਦੇ ਵਿੱਚ ਬੋਲਦੇ ਆ ਬਈ ਜਿਹਨੇ ਮੈਨੂੰ ਮਾਰ ਲਿਆ ਨਾ, ਉਹਨਾਂ ਦਾ ਕਹਿਣਾ ਜਿਹੜਾ ਹੈ, ਇਹ ਕਹਿਣਾ ਤਾਂ ਸੱਚਾ ਹੈ, ਪਰ ਸਾਰਿਆਂ ਦਾ ਜਾਣਨਾ ਸੱਚਾ ਨਹੀਂਗਾ। ਵੀ ਤੂੰ ਮੈਂ ਆਦਾ ਕਿਹਨੂੰ ਹੈ? ਜਿਹੜਾ ਮੈਂ ਤੇ ਮੇਰਾ ਦੋਵਾਂ ਦੀ ਏਕਤਾ ਹੋ ਗਈ। ਸਰੀਰ ਹੈ ਜਿਹੜਾ, ਇਹ ਪਾਰਥਵ ਹੈ, ਮੈਂ ਚੇਤਨ ਹਾਂ। ਮੱਧ ਭਾਵੇ ਦੋਨਾਂ ਦੇ ਵਿਗਿਆਨ ਔਰ ਅਗਿਆਨ ਨੂੰ ਪ੍ਰਗਟ ਕਰਨ ਵਾਲਾ ਅਧਿਆਤਮ ਹੈ। ਇਸ ਅਹੰਕਾਰ ਨੂੰ ਉਹਨਾਂ ਗੁਰੂ ਲੋਕਾਂ ਦਾ ਕਹਿਣ ਦਾ ਤਾਤਪਰਜ ਹੈ ਕਿ ਜਿਸ ਨੇ ਮੈਨੂੰ ਮਾਰ ਲਿਆ, ਉਹ ਮਤਲਬ ਹੈ ਕਿ ਜਿਸ ਨੇ ਇਸ ਅਹੰਕਾਰ ਨੂੰ ਰੱਦ ਕਰਤਾ। ਤੋ ਅਸੀਂ ਬਹੁਤੇ ਲੋਕ ਤਾਂ ਇਹੀ ਜਾਣਦੇ ਹੈ ਜੀ ਜਿਹਨੇ ਮੈਨੂੰ ਮਾਰ ਲਿਆ ਨਾ, ਉਹ ਬੜੇ ਬੜੇ ਕਥਾ ਵਾਲੇ ਲੋਕਾਂ ਨੂੰ ਸਮਝਾਉਣ ਵਾਲੇ ਵੀ ਐਂ ਕਹਿੰਦੇ, ਤੇ ਜਿਹੜੇ ਨਹੀਂ ਸਮਝਾਉਂਦੇ ਕਈ ਸਧਾਰਨ ਆਦਮੀ ਉਹ ਵੀ ਜਾਣਦੇ ਆ, ਤੇ ਕਈ ਜਿਹੜੇ ਲੋਕਾਂ ਨੂੰ ਸਮਝਾਉਂਦੇ ਆ ਉਹ ਵੀ ਜਾਣਦੇ ਆ। ਪਰ 90% ਜਿਹੜੇ ਲੋਕ ਨਹੀਂ ਜਾਣਦੇ, 10% ਹੈ ਜਿਹੜੇ ਇਹਦੀ ਸੂਝ ਰੱਖਦੇ ਆ। ਤਾਂ ਇਹ ਕਿਹਾ ਹੋਇਆ ਹੈ ਕਿ ਇਸ ਅਹੰਕਾਰ ਨੂੰ ਮਾਰਨ ਦਾ ਮਤਲਬ ਅਜੇ ਅਹੰਕਾਰ ਦਾ ਸੂਖਮ ਸਰੂਪ ਤਾਂ ਮੈਂ ਦੱਸਣਾ ਹੈ। ਸੁਰਤੀ ਸ਼ਾਸਤਰ ਨੇ ਇਹਦੀ ਪੁਖਤਾ ਕੀਤੀ ਹੈ ਵੇ ਇਸ ਨੂੰ ਕਿਵੇਂ ਮਾਰਿਆ ਜਾਊ। ਆਪਣੇ ਸਰੀਰ ਨੂੰ ਕੋਈ ਛੱਡਣ ਨੂੰ ਤਿਆਰ ਹੈ? ਇਹ ਕਹਿੰਦਾ ਕੋਈ ਕਿ ਸਰੀਰ ਮੇਰਾ ਨਹੀਂ, ਤੇ ਸਰੀਰ ਮੈਂ ਵੀ ਨਹੀਂ। ਜਦੋਂ ਵਿਵੇਕ ਸ਼ਾਸਤਰ ਦਾ ਇਹ ਸਰਵਣ ਕਰਦਾ ਜਾਣਦਾ, ਉਦੋਂ ਇਹਨੂੰ ਸਫੁਰਨ ਤਾਂ ਇਉਂ ਹੀ ਹੁੰਦੀ ਹੈ ਕਿ ਸਰੀਰ ਮੇਰਾ ਨਹੀਂ ਤੇ ਮੈਂ ਵੀ ਸਰੀਰ ਨਹੀਂ। ਤੇ ਛੋੜਨ ਲੱਗੇ ਇਹਨੂੰ ਤਕਲੀਫ ਆਉਂਦੀ ਹੈ। ਇਹ ਤੋਂ ਅਹੰਕਾਰ ਨਹੀਂ ਮਾਰਿਆ ਜਾਂਦਾ। ਮਾਰਨਾ ਮੈਣਾ ਅਹੰਕਾਰ ਨੂੰ ਖਤਮ ਕਰ ਦੇਣਾ, ਅਹੰਕਾਰ ਨੂੰ ਰੱਦ ਕਰ ਦੇਣਾ। ਤਾਂ ਇਹ ਹੀ ਹੋਏਗਾ ਕਿ ਕੌਣ ਕਰੂਗਾ? ਜਿਹੜਾ ਅਹੰਕਾਰ ਦਾ ਉਪਾਦਾਨ ਹੈ ਉਹ ਹੈ ਅਗਿਆਨ, ਤੇ ਅਹੰਕਾਰ ਦਾ ਪ੍ਰਕਾਸ਼ਕ ਜਿਹੜਾ ਪ੍ਰਛਿੰਨ ਗਿਆਨ, ਪ੍ਰਛਿੰਨ ਗਿਆਨ ਤੇ ਪੂਰਨ ਸਤਾ ਦਾ ਅਗਿਆਨ, ਇਹ ਦੋਨੋਂ ਮਿਲ ਕਰਕੇ ਅਹੰਕਾਰ ਕਹਾਉਂਦੇ ਆ। ਕੋਈ ਰੱਖਦਾ ਤਾਕਤ ਇਹਨੂੰ ਮਾਰਨ ਦੀ, ਰੱਦ ਕਰਨ ਦੀ, ਤਾਂ ਇਹ ਹੋਏਗਾ ਵੀ ਕੋਈ ਉਹ ਵਿਰਲਾ ਹੈ। ਨਹੀਂ ਤਾਂ ਗ੍ਰੰਥਕਾਰਾਂ ਨੇ ਕਿਹਾ, ਗ੍ਰੰਥਕਾਰਾਂ ਦੀ ਗੱਲ ਨੂੰ ਸੁਣ ਕੇ ਸਾਡੇ ਚਿੱਤ ਨੂੰ ਹਿਲਾਉਣਾ ਹੋਣਾ ਚਾਹੀਏ ਕਿ ਮੈਂ ਕਿੱਥੇ ਖੜਾ ਹਾਂ, ਤੇ ਇਹਨੂੰ ਕਰੋਧ ਆ ਜਾਂਦਾ ਵੀ ਮੈਂ ਇਉਂ ਕਿਉਂ ਆਖਿਆ। ਉਹ ਗ੍ਰੰਥਕਾਰ ਸੂਝਵਾਨ ਲੋਕ ਕਹਿੰਦੇ ਕਿ ਘਰ ਘਰ ਚਿੜੀਆਂ ਜੰਮਦੀਆਂ,
ਤੇ ਘਰ ਘਰ ਜੰਮਦੇ ਕਾਂ, ਉਹ ਵਿਰਲੇ ਘਰ ਜਨਮਦੇ ਹੰਸ ਜਿਨ੍ਹਾਂ ਦੇ ਨਾਂ। ਕੋਈ ਹੰਸ ਗਤੀ ਨੂੰ ਧਾਰੂਗਾ, ਉਹ ਅਹੰਕਾਰ ਨੂੰ ਰੱਦ ਕਰੂਗਾ। ਚਿੜੀਆਂ ਕਾਂ ਵਾਲੇ ਨਹੀਂ ਕਰ ਸਕਦੇ। ਉਤਸ਼ਾਹ ਕਰੋ, ਆਪਣਾ ਵਿਵੇਕ ਜਗਾਓ ਕਿ ਮੈਂ ਚਿੜੀਆਂ ਕਾਂ ਦੇ ਦਾਇਰੇ ਚ ਆਉਣਾ ਕਿ ਹੰਸ ਦੇ ਦਾਇਰੇ ਚ ਆਉਣਾ। ਅਗਰ ਜੇ ਚਿੜੀਆਂ ਕਾਂ ਦੇ ਦਾਇਰੇ ਚ ਆਉਣਾ ਤਾਂ ਹਿੰਮਤ ਜਗਾ, ਉੱਠੋ ਅੱਗੇ ਵਧੋ। ਆਪਦੇ ਸਥੂਲ ਸਰੀਰ ਨੂੰ ਲੈ ਕੇ ਇੰਨਾ ਮਸਤ, ਜਿਸ ਮਸਾਲੇ ਤੋਂ ਮੱਖੀ ਦਾ ਸਰੀਰ ਬਣਿਆ, ਜਿਸ ਮਸਾਲੇ ਤੋਂ ਹਾਥੀ ਆਦਿ ਦੇ ਸਰੀਰ ਬਣੇ ਐ, ਇਹ ਮੂਲ ਮਸਾਲਾ ਸਾਰਿਆਂ ਦਾ ਇੱਕ ਹੈ। ਤੇ ਇਸ ਮੂਲ ਮਸਾਲੇ ਨੂੰ ਜਿਹੜਾ ਇਹ ਕਹਿੰਦਾ ਕਿ ਵੀ ਇਹ ਮੈਂ ਹੈ, ਤਾਂ ਇਹ ਹੋ ਗਿਆ ਵੀ ਬਹੁਤ ਦੂਰ ਚਲਿਆ ਗਿਆ। ਤਾਂ ਤੇਰੇ ਲਈ ਦਿੱਲੀ ਵੀ ਬਹੁਤ ਦੂਰ ਹੋ ਗਈ। ਇਸ ਵਾਸਤੇ ਗੱਲੀ ਗਿਆਨ ਨਾ ਢੂੰਡੀਏ, ਕਥਨਾ ਕਰੜਾ ਸਾਰ। ਸਾਰ ਗੁਰੂਆਂ ਨੇ ਕਿਹਾ, ਮੈਨ ਕੇ ਦਾਂਤ ਕਿਉ ਖਾਏ ਸਾਰ। ਜਿਨਾ ਕਿਸੇ ਨੇ ਮੋਮ ਦੇ ਦੰਦ ਬਣਾ ਕੇ ਮੂੰਹ ਜਲਾ ਲਏ, ਉਹ ਸਾਰ ਲੋਹਾ ਨਹੀਂ ਚਬਾ ਸਕਦੇ। ਇਹ ਮੋਮ ਦੇ ਦੰਦਾਂ ਵਾਂਗੂ ਜਿਨ੍ਹਾਂ ਦੀ ਬੁੱਧੀ ਇਹ ਪੰਜਾਂ ਭੂਤਾਂ ਦੇ ਜਗਤ ਨੂੰ ਹੀ ਖਾਣ ਗਿੱਜੀ ਹੈ, ਇਸੇ ਦਾ ਹੀ ਚਿੰਤਨ ਕਰਨ ਗਿੱਜੀ ਹੈ, ਇਸੇ ਤੇ ਹੀ ਪ੍ਰਸੰਨ ਹੈ, ਉਹ ਸਾਰ ਵਸਤੂ ਨੂੰ ਕਦੇ ਨਹੀਂ ਜਾਣ ਸਕਦੇ, ਚਾਹੇ 100 ਜਨਮ ਪਾ ਕੇ ਵੀ ਆ ਜੇ। ਪਹਿਲੀ ਤਾਂ ਬਾਤ ਹੈ ਕਿ ਆ ਮਨੁੱਖਾ ਜਨਮ ਹੈ ਜਿਹੜਾ, ਇਹ ਕੀ ਹੈ? ਇਹ ਸਾਰੇ ਇਦੋਂ ਉੱਤੇ ਸਰੀਰ ਨੇ ਕੋਈ, ਬਸ ਜਿਵੇਂ ਦੇਸ਼ ਦੀ ਵਿੱਚ ਸੰਚਾਲਕ, ਦੇਸ਼ ਦੇ ਰੱਖਕ, ਪ੍ਰਬੰਧਕ ਦਰਜੇ ਬਰਦਰਜੇ ਹਨ। ਦੇਸ਼ ਦਾ ਮੁਖੀਆ ਰਾਸ਼ਟਰਪਤੀ ਤੋਂ ਉੱਤੇ ਕੋਈ ਨਹੀਂਗਾ, ਥੱਲੇ ਇੱਕ ਸੇਵਾਦਾਰ ਤੋਂ ਲੈ ਕੇ ਸਾਰੇ ਦੇਸ਼ ਦਾ ਸੰਚਾਲਨ ਕਰਦੇ ਆ। ਇਸੇ ਤਰ੍ਹਾਂ ਹੀ ਮੱਖੀ ਮੱਛਰ ਤੋਂ ਲੈ ਕੇ ਸਾਰੇ ਸਰੀਰ, ਇਹ ਆਪਣੀ ਚੇਸ਼ਟਾ ਦੇਸ਼ ਦੇ ਵਿੱਚ, ਦੇਸ਼ ਦੁਨੀਆ 'ਚ ਹੋ ਰਹੀ, ਇੱਕ ਦੂਜੇ ਤੇ ਦੂਜਾ ਸਰੀਰ ਨਿਊਨ ਅਧਿਕ ਹੈ। ਫਿਰ ਸਭ ਤੋਂ ਉੱਤਮ ਸਰੀਰ ਹੈ ਜਿਹੜਾ, ਇਹ ਮਨੁੱਖ ਦਾ ਹੈ। ਇਦੋਂ ਉੱਤੇ ਆ ਸਰੀਰ ਹੀ ਹੋ ਜਾਂਦਾ ਹੈ, ਇੱਕ ਸਰੀਰ ਲੈ ਜਾਂਦਾ ਹੈ। ਇਸ ਦੀ ਉਤਲੀ ਸਤਾ ਦੇ ਵਿੱਚ ਤਹਿ ਤੇ ਚਲੇ ਜਾਵਾਂਗੇ, ਇਹ ਸਰੀਰ ਲੈ ਜਾਊਗਾ, ਉੱਥੇ 2 ਸਰੀਰ ਰਹਿ ਜਾਂਦੇ ਆ। ਤੀਜਾ ਸਰੀਰ ਦਾ ਬੋਝ ਹੈ ਕਿ ਉਹ ਪ੍ਰਤੇਕ ਮਨੁੱਖ ਇਸ ਨੂੰ ਯਾਦ ਕਰ ਲੇ, ਤੋਲ ਕੇ ਵੇਖ ਲੇ, ਮਨ 1.5 ਮਣ ਉੱਪਰ ਘੱਟ ਸਾਰਿਆਂ ਦਾ ਵਜਨ ਹੈ, ਤੇ ਆਪਣੇ ਸੂਖਮ ਸਰੀਰ ਨੂੰ ਤੋਲ ਲੈ, ਵੇਖ ਲੈ, ਉਹਦਾ ਕੋਈ ਵਜਨ ਨਹੀਂਗਾ। ਇਹ ਸਰੀਰ ਦੇ ਨਾਲ ਮੋਹਤ ਇਤਨਾ ਹੋ ਗਿਆ ਕਿ ਭਾਰ ਢੋਣ ਨੂੰ ਤਿਆਰ ਹੈ, ਔਰ ਭਾਰ ਲਾਉਣ ਨੂੰ ਤਿਆਰ ਨਹੀਂਗਾ।
ਕਿੰਨੇ ਭਾਰ ਢੋਰੇ ਐ। ਤਾਂ ਇਹ ਇੱਥੋਂ ਲੱਗੂਗਾ ਵੀ ਸਾਡੇ ਸੰਤ ਲੋਕਾਂ ਨੇ ਨਾਨਾ ਪ੍ਰਕਾਰ ਦੇ ਸਾਧਨ ਚਲਾਏ ਐ। ਥਾਂ ਥਾਂ ਸਤਸੰਗ ਹੋ ਰਿਹਾ, ਕਥਾ ਵਿਚਾਰਾਂ ਹੋ ਰਹੀਆਂ। ਉਹ ਇਸ ਲਈ ਹੋ ਰਹੀਆਂ ਕਿ ਇਸ ਤੀਜੇ ਸਰੀਰ ਦਾ ਭਾਰ ਹੈ ਜਿਹੜਾ, ਇਹ ਤੋਂ ਇਹਨੂੰ ਰਾਹਤ ਮਿਲੇ। ਦੂਸਰੇ ਸਰੀਰ ਦੀ ਵੀ ਹੌਲੀ ਹੌਲੀ ਬੋਝ ਲਾਉਣਾ ਹੈ ਤੇ ਤੀਜੇ ਸਰੀਰ ਦਾ ਵੀ ਬੋਝ ਲਾਤਾ ਜਿਹਨੇ, ਉਹ ਮੁਕਤੀ ਨੂੰ ਪ੍ਰਾਪਤ ਅੱਗੇ ਹੋਣ ਦਾ ਅੱਗੇ ਜਾਏਗਾ। ਇਹ ਤਿੰਨ ਪੰਡਾਂ ਲੈ ਕਰਕੇ ਤਿੰਨ ਲੋਕ ਲੱਦ ਕੇ ਉੱਤੇ, ਤਾਂ ਇਹਦੀ ਸੰਗਿਆ ਵੀ ਦਿੱਤੀ ਹੈ ਸੰਤਾਂ ਨੇ। ਕੀ ਆਖਿਆ? ਆਖੇ ਚੂਹਾ ਖੁੱਡ ਨਾ ਮਾਵਸੀ ਤੇ ਪੁੱਛਲ ਬੰਨੇ ਛੱਜ। ਚੂਹਾ ਤਾਂ ਆਪ ਹੀ ਬੜਾ ਮੁਸ਼ਕਲ ਨਾਲ ਖੱਡ 'ਚ ਵੜਦਾ ਹੈ, ਤੇ ਜੇ ਚੂਹੇ ਦੀ ਪੂਛ ਨਾਲ ਛੱਜ ਬੰਨ ਦੇਗੇ ਤਾਂ ਵੀ ਉਹਦੇ 'ਚ ਪ੍ਰਵੇਸ਼ ਕਰ ਜਾਊਗਾ। ਇਹ ਕਾਰਨ ਸਰੀਰ ਨੂੰ ਲੈ ਕੇ ਵੀ ਇਹ ਆਪਣੇ ਸਰੂਪ 'ਚ ਪ੍ਰਵੇਸ਼ ਨਹੀਂ ਕਰ ਸਕਦਾ। ਤੇ ਜਿਹੜਾ ਛੱਜ ਭਰਿਆ ਇਹਦੇ ਪਿੱਛੇ ਬੱਧਾ, ਇਹ ਛੱਜ ਲੈ ਕੇ ਕਹਿੰਦਾ ਵੀ ਮੈਂ ਆਪਣੇ ਬ੍ਰਹਮ ਸਰੂਪ ਆਤਮ ਸਰੂਪ में ਅਭੇਦ ਹੋ ਜੂ। ਇਹ ਭਲੇਖਾ ਮਨ ਚੋਂ ਕੱਢ ਦੇ। ਇਹ ਭਲੇਖੇ 'ਚ ਮਨੁੱਖ ਕਿਤੇ ਇਹ ਹੌਸਲੇ 'ਚ ਨਾ ਰਵੇ। ਐਡਾ ਵੱਡਾ ਬੋਝ ਤੋ ਇਹ ਕਹਿ ਵੀ ਮੈਂ ਸਰੀਰ ਨਹੀਂ ਔਰ ਮੇਰਾ ਸਰੀਰ ਨਹੀਂ। ਤਾਂ ਜਿੰਨੇ ਵੀ ਇਹ ਸਰੀਰ ਵਾਲਿਆਂ ਨੂੰ ਉਪਦੇਸ਼ ਕਰਨ ਲੱਗੇ ਆ, ਜਿਆਦੇ ਲੋਕ ਸਰੀਰ ਤੇ ਹੀ ਬੰਨ ਰਹੇ ਆ। ਆ ਜਿੰਨੇ ਪ੍ਰਚਾਰ ਹੋ ਰਹੇ ਆ, ਸਾਰਿਆਂ ਪ੍ਰਚਾਰਾਂ ਦੇ ਉੱਤੇ ਗੁਰਬਾਣੀ ਹੈ ਜਿਹੜੀ, ਇਹਦਾ ਪ੍ਰਚਾਰ ਸੌਖਾ ਹੈ ਔਰ ਉਪਦੇਸ਼ ਬੜਾ ਉੱਚਾ ਹੈ। ਜਿਨ੍ਹਾਂ ਦੇ ਕੋਲੇ ਗੁਰਬਾਣੀ ਹੈ, ਜਿਨ੍ਹਾਂ ਕੋਲੇ ਐਡਾ ਉੱਚਾ ਸੁੱਚਾ ਉਪਦੇਸ਼ ਹੈ, ਉਹ ਇਹਨਾਂ ਨੂੰ ਪੁੱਛ ਲਓ, ਇਹਨਾਂ ਕੋਲੇ ਮੁੱਖ ਭੂਮਿਕਾ ਕੀ ਨਿਭਾਉਂਦੇ ਆ ਵੀ ਜੀਵ ਦੀ ਮੁਕਤੀ ਵਾਸਤੇ ਕੀ ਕਰਨਾ ਚਾਹੀਏ। ਤਾਂ ਦੂਜੇ ਵੀ ਸਾਰੇ ਹਿੰਮਤ ਆਪਣੀ ਆਪਣੀ ਜਗਾਉਂਦੇ। ਉਹ ਕਹਿੰਦੇ ਜੀ ਨਾਮਦਾਨ ਲੈ ਲਓ। ਇਹ ਤਰ੍ਹਾਂ ਤਰ੍ਹਾਂ ਦੇ ਨਾਮ ਦਿੰਦੇ ਆ ਤੇ ਸਿੱਖ ਪੰਥ ਹੈ ਜਿਹੜਾ, ਇਹ ਉਹਨੂੰ ਅੰਮ੍ਰਿਤ ਛਕਾਉਂਦਾ ਹੈ। ਤਾਂ ਅੰਮ੍ਰਿਤ ਛਕਾਉਂਦਾ ਜਿਹੜਾ, ਇੱਕ ਅੰਮ੍ਰਿਤ ਛਕਾ ਕੇ ਦੇਹ ਅਭਿਮਾਨ ਤੋੜਨਾ ਸੀਗਾ ਕਿ ਦੇਹ ਅਭਿਮਾਨ ਵਧਾਉਂਦਾ ਹੈ, ਇਹ ਵਿਚਾਰਨਾ ਚਾਹੀਦਾ। ਜਿਹੜੇ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਗੁਰੂ ਜੀ ਨੇ, ਉਹਨਾਂ ਪੰਜਾਂ ਪਿਆਰਿਆਂ ਦਾ ਗੁਰੂ ਜੀ ਨੇ ਦੇਹ ਅਭਿਮਾਨ ਤੋੜਿਆ ਸੀ। ਗਿਆਨ ਦੇ ਕੇ ਦੇਹ ਅਧਿਆਸ ਤੋੜਿਆ ਸੀ। ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮਮ ਇੰਦਰੀ ਨਹੀਂ, ਮੈਂ ਇੰਦਰੀ ਨਹੀਂ, ਨਾ कोई मेरा इंद्रा है ना कोई मैं खुद इंद्रा हूं। जेड़ा इंद्रियां तो रहता है वो ना कुछ करता है ते ना कुछ भोगता है। किड्डी उच्ची बात उन्हां प्यारियां नूं समझाई सी। सुणदियां सारी उन्हां ने देह अभिमान टुट गया गुरु जी ने जदों उपदेश कीता। ऐसी वेखो
ਰੱਜ ਰੱਜ ਕੇ ਛਕੋ ਅੰਮ੍ਰਿਤ। ਅਸੀਂ ਕਿਸੇ ਨੂੰ ਕੋਈ ਟੋਕਦੇ ਥੋੜੋ ਹੈ। ਪਰ ਬਾਤ ਤਾਂ ਇਹ ਹੈ ਵੀ ਦੇਹ ਅਭਿਮਾਨ ਤੁਹਾਡਾ ਛਕ ਕੇ ਵਧਿਆ ਕਿ ਟੁੱਟਿਆ। ਗੁਰੂਆਂ ਨੇ ਦੇਹ ਅਭਿਮਾਨ ਤੋੜਿਆ ਵੀ ਐ ਕਹਿਣੇ ਨਾਲ ਵੇਖਣੇ ਨਾਲ ਨਹੀਂ ਟੁੱਟਣਾ। ਗੁਰੂਆਂ ਨੇ ਆਖਿਆ ਕਿ ਪੰਜ ਤੱਤ ਕੇ ਉਤਨ ਰਚਿਓ, ਜਾਨੋ ਚਤਰ ਸੁਜਾਨ। ਤੂੰ ਆਪਣੇ ਆਪ ਨੂੰ ਵੇਖ, ਤੂੰ ਪੰਜਾਂ ਤੱਤਾਂ ਚੋਂ ਬਣਿਆ ਕਿੱਥੋਂ ਬਣਿਆ। ਤੂੰ ਚੇਤਨ ਗਿਆਨ ਸਰੂਪ ਹੈ। ਪੰਜ ਤੱਤ ਹੈ ਜਿਹੜੇ ਪਾਰਥਵ ਜੜ ਸਰੂਪ ਅਗਿਆਨ ਹੈ। ਤੇ ਗਿਆਨ ਦਾ ਤੇ ਅਗਿਆਨ ਦਾ ਆਪਸ ਵਿੱਚ ਐ ਸੰਬੰਧ ਹੈ ਜਿਵੇਂ ਦਿਨ ਦਾ ਤੇ ਰਾਤ ਦਾ। ਜੇ ਰਾਤ ਹੈ ਤਾਂ ਦਿਨ ਹੈ ਨਹੀਂ, ਜੇ ਦਿਨ ਹੈ तो रात है नहीं। ऐसे तरह ही जे ज्ञान है तो शरीर किथे, जे शरीर नूं मैं मनदा तो ज्ञान किथे। तो हुण ये विचारना है कि जिन्ने जिन्ने अमृत छक के अभिमान लई बैठे है, ਇਹਦਾ ਨਾਂ है अहंकार। प्रश्न उठिया सी ਵੀ ਅਹੰਕਾਰ ਦਾ ਕੀ ਸਰੂਪ ਹੈ। ਤਾਂ ਇਹਦਾ ਉੱਤਰ ਇਹ ਆਇਆ ਹੈ ਕਿ ਇਹ ਅਹੰਕਾਰ ਹੈ। ਜਿਹੜੀ ਗੁਰਬਾਣੀ ਹੈ ਇਹ ਸਾਨੂੰ ਅਹੰਕਾਰ ਤੋਂ ਤੋੜ ਕੇ ਗਿਆਨ ਵਿੱਚ ਬੰਨ੍ਹਦੀ ਹੈ, ਇਹ ਅਹੰਕਾਰ ਵਿੱਚ ਨਹੀਂ ਬੰਨ੍ਹਦੀ। ਤੇ ਅਸੀਂ ਜੇਕਰ ਅਹੰਕਾਰ ਵਿੱਚ ਵੱਜਦੇ ਹਾਂ ਤਾਂ ਸਾਨੂੰ ਇਹ ਸੋਚਣਾ ਚਾਹੀਏ ਵੀ ਗੁਰੂਆਂ ਦੇ ਮੱਤ ਦੇ ਆਸ਼ੇ ਦੇ ਅਸੀਂ ਉਲਟ ਹੈ। ਜੀ ਗੁਰਮਤ ਗੁਰਮਤ ਕਿਸ ਨੂੰ ਕਹਿੰਦੇ ਆ? ਇਹ ਗੁਰਮਤ ਹੈ ਕੀ ਹੈ ਕਿ ਗੁਰਮਤ ਲਿਓ। ਬਾਣੀ ਨੇ ਹੋਕਾ ਦਿੱਤਾ, ਆਓ ਤੁਹਾਨੂੰ ਗੁਰਮਤ ਦੀਏ, ਲਵੋ। ਕੀ ਹੈ ਗੁਰਮਤ? ਗੁਰਮਤ ਲਿਓ ਤਰੋ ਸੱਚ ਤਾਰੀ, ਆਤਮ ਚੀਨੋ ਹਿਰਦੇ ਮੁਰਾਰੀ। ਇਹ ਗੁਰਮਤ ਹੈ।